ਮਸ਼ਹੂਰ ਲੇਖਕ ਕ੍ਰਿਸ਼ਨ ਚੰਦਰ ਦਾ ਹਾਸ ਵਿਅੰਗ ਨਾਵਲ ਹੈ ਇੱਕ ਗਧੇ ਦੀ ਆਤਮ ਕਥਾ। ਭਾਗ ਤੀਜਾ। ਅੰਕ ਜਾਣਾ ਗਧੇ ਦਾ ਪ੍ਰਧਾਨ ਮੰਤਰੀ ਦੀ ਕੋਠੀ 'ਤੇ ਮੁਲਾਕਾਤ ਕਰਨੀ, ਪੰਡਤ ਜਵਾਹਰ ਲਾਲ ਨਹਿਰੂ ਨਾਲ ਤੇ ਖਫਾ ਹੋਣਾ ਬਾਗ ਦੇ ਮਾਲੀ ਦਾ। ਮੈਂ ਲੋਕਾਂ ਤੋਂ ਸੁਣਿਆ ਸੀ ਕਿ ਪੰਡਤ ਜੀ ਨਾਲ ਮੁਲਾਕਾਤ ਦਾ ਸਮਾਂ ਸਵੇਰੇ 8:30 ਵਜੇ ਤੋਂ ਪਹਿਲਾਂ ਦਾ ਹੈ। ਉਸ ਪਿੱਛੋਂ ਮੁਲਾਕਾਤੀਆਂ ਦੀ ਉਹ ਭੀੜ ਲੱਗਦੀ ਹੈ ਕਿ ਕਿਸੇ ਵੇਲੇ ਵੀ ਇੱਕ ਅੱਧਾ ਮਿੰਟ ਲਈ ਗੱਲ ਕਰਨਾ ਅਸੰਭਵ ਹੁੰਦਾ ਹੈ। ਇਹੀ ਸੋਚ ਕੇ ਮੈਂ ਉਸ ਦਿਨ ਸਾਰੀ ਰਾਤ ਜਾਗਦਾ ਤੇ ਵੱਖ-ਵੱਖ ਰਸਤਿਆਂ ਤੋਂ ਘੁੰਮ ਫਿਰ ਕੇ ਪੰਡਤ ਜੀ ਦੀ ਕੋਠੀ ਤੱਕ ਪਹੁੰਚਣ ਦਾ ਯਤਨ ਕਰਦਾ ਰਿਹਾ। ਕੋਈ 6 ਵਜੇ ਦੇ ਲਗਭਗ ਮੈਂ ਉਹਨਾਂ ਦੀ ਕੋਠੀ ਦੇ ਬਾਹਰ ਸੀ। ਸੰਤਰੀਆਂ ਨੇ ਮੇਰੀ ਵੱਲ ਲਾਪਰਵਾਹੀ ਨਾਲ ਦੇਖਿਆ। ਸ਼ਾਇਦ ਮੈਂ ਉਹਨਾਂ ਨੂੰ ਬਿਲਕੁਲ ਮਾਮੂਲੀ ਗਧਾ ਨਜ਼ਰ ਆਇਆ ਹੋਵਾਂਗਾ। ਪਹਿਲਾਂ ਤਾਂ ਮੈਂ ਕੰਧ ਦੇ ਨਾਲ ਹੌਲੀ-ਹੌਲੀ ਘਾਹ ਚਰਦਾ ਰਿਹਾ। ਜਦੋਂ ਮੈਂ ਦਰਵਾਜ਼ੇ ਦੇ ਬਿਲਕੁਲ ਨੇੜੇ ਪਹੁੰਚ ਗਿਆ ਤਾਂ ਸੰਤਰੀ ਨੇ ਹੱਥ ਚੁੱਕ ਕੇ ਲਾਪਰਵਾਹੀ ਨਾਲ ਮੈਨੂੰ ਡਰਾਇਆ, ਜਿਵੇਂ ਆਮ ਗਧਿਆਂ ਨੂੰ ਡਰਾਇਆ ਜਾਂਦਾ ਹੈ। ਮੈਂ ਸਾਰੀ ਸਕੀਮ ਪਹਿਲਾਂ ਹੀ ਸੋਚੀ ਹੋਈ ਸੀ। ਉਹਨਾਂ ਦੇ ਡਰਦਿਆਂ ਹੀ ਮੈਂ ਦਿਖਾਵਾ ਕੀਤਾ ਕਿ ਮੈਂ ਬੜਾ ਡਰ ਗਿਆ ਹਾਂ, ਸੋ ਭੁੜਕਿਆ ਤੇ ਸਿੱਧਾ ਕੋਠੀ ਦੇ ਅੰਦਰ ਵੱਲ ਨੂੰ ਹੋ ਲਿਆ। ਸੰਤਰੀ ਮੇਰੇ ਪਿੱਛੇ ਨੱਸੇ, ਉਹ ਪਿੱਛੇ ਤੇ ਮੈਂ ਅੱਗੇ। ਜਦੋਂ ਮੈਂ ਇੱਕ ਬਾਗ ਵਿੱਚ ਪਹੁੰਚ ਗਿਆ ਤਾਂ ਸੰਤਰੀਆਂ ਨੇ ਇੱਕ ਗਧੇ ਦਾ ਉੱਥੋਂ ਤੱਕ ਪਿੱਛਾ ਕਰਨਾ ਵਿਅਰਥ ਸਮਝ ਕੇ ਮਾਲੀ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਉਹ ਮੈਨੂੰ ਯਾਨੀ ਗਧੇ ਨੂੰ ਬਾਹਰ ਕੱਢ ਦਏ ਤੇ ਇਹ ਕਹਿ ਕੇ ਬਾਹਰ ਗੇਟ ਤੇ ਜਾ ਖੜੇ ਹੋਏ ਜਿੱਥੇ ਡਿਊਟੀ ਸੀ। ਮਾਲੀ ਨੇ ਮੈਨੂੰ ਘੂਰ ਕੇ ਦੇਖਿਆ। ਉਦੋਂ ਉਹ ਇੱਕ ਖੁਰਪੀ ਨਾਲ ਗੁਲਾਬ ਦੀਆਂ ਝਾੜੀਆਂ ਦੇ ਇਰਦ ਗਿਰਦ ਵਾਲੀ ਘਾਹ ਕੱਟ ਰਿਹਾ ਸੀ। ਜਦੋਂ ਉਸਨੇ ਆਪਣਾ ਕੰਮ ਵਾਧਾ ਦੇਖਿਆ ਤਾਂ ਬੜਾ ਗੁੱਸਾ ਆਇਆ। ਚੁੱਪ-ਚਾਪ ਉਹ ਉੱਥੋਂ ਉੱਠਿਆ ਤੇ ਅੰਦਰ ਆਪਣੇ ਕੁਆਟਰ ਵਿੱਚੋਂ ਇੱਕ ਮਜ਼ਬੂਤ ਜਿਹਾ ਡੰਡਾ ਲੈਣ ਚਲਾ ਗਿਆ। ਇੰਨੇ ਵਿੱਚ ਮੈਂ ਦੇਖਿਆ ਕਿ ਪੰਡਤ ਜੀ ਬਾਗ ਦੇ ਐਨ ਵਿਚਕਾਰ ਸੜਕ 'ਤੇ ਟਹਿਲਦੇ ਹੋਏ ਗੁਲਾਬ ਦੇ ਬੂਟਿਆਂ ਵੱਲ ਜਾ ਰਹੇ ਨੇ। ਮੈਂ ਇਹ ਮੌਕਾ ਭਲਾ ਸਮਝਿਆ ਤੇ ਹਿਰਨ ਵਾਂਗ ਇੱਕੋ ਚੁੱਗੀ ਭਰ ਕੇ ਪੰਡਤ ਜੀ ਦੇ ਪਿੱਛੇ ਪਹੁੰਚਿਆ। ਮੈਂ ਹੌਲੀ ਜਿਹੀ ਕਿਹਾ, ਪੰਡਤ ਜੀ। ਪੰਡਤ ਜੀ ਹੈਰਾਨੀ ਨਾਲ ਮੇਰੇ ਵੱਲ ਮੁੜੇ। ਜਦੋਂ ਉਹਨਾਂ ਨੂੰ ਉੱਥੇ ਕੋਈ ਆਦਮੀ ਨਾ ਦਿਖਾਈ ਦਿੱਤਾ ਤਾਂ ਫਿਰ ਅੱਗੇ ਵਧਣ ਲੱਗੇ। ਮੈਂ ਫਿਰ ਕਿਹਾ, ਪੰਡਤ ਜੀ। ਹੁਣ ਪੰਡਤ ਜੀ ਨੇ ਤਿੱਖੀ ਨਜ਼ਰੇ ਪਿੱਛੇ ਭੌਂ ਕੇ ਦੇਖਿਆ। ਮੈਂ ਭੂਤਾਂ 'ਚ ਵਿਸ਼ਵਾਸ ਨਹੀਂ ਕਰਦਾ। ਮੈਂ ਕਿਹਾ, ਵਿਸ਼ਵਾਸ ਕਰੋ, ਮੈਂ ਭੂਤ ਨਹੀਂ, ਮੈਂ ਗਧਾ ਹਾਂ। ਜਦੋਂ ਪੰਡਤ ਜੀ ਨੇ ਮੈਨੂੰ ਬੋਲਦੇ ਦੇਖਿਆ ਤੇ ਉਹਨਾਂ ਦੀ ਛਿਣ ਭਰ ਪਹਿਲਾਂ ਵਾਲੀ ਹੈਰਾਨੀ ਖੁਸ਼ੀ ਵਿੱਚ ਬਦਲ ਗਈ। ਬੋਲੇ, ਮੈਂ ਇਟਲੀ ਦੇ ਇੱਕ ਗਧੇ ਬਾਰੇ ਸੁਣਿਆ ਸੀ ਜਿਹੜਾ ਅਲਜਬਰੇ ਦੇ ਸਵਾਲ ਹੱਲ ਕਰ ਸਕਦਾ ਸੀ, ਪਰ ਬੋਲਣ ਵਾਲਾ ਗਧਾ ਅੱਜ ਹੀ ਦੇਖਿਆ ਹੈ। ਮਨੁੱਖ ਦਾ ਵਿਗਿਆਨ ਕੀ ਕੁਛ ਨਹੀਂ ਕਰ ਸਕਦਾ। ਬੋਲੋ, ਕੀ ਚਾਹੁੰਦੇ ਹੋ? ਮੇਰੇ ਕੋਲ ਬਹੁਤ ਸਮਾਂ ਨਹੀਂ ਹੈ। ਮੈਂ ਕਿਹਾ, ਤੁਹਾਡੇ ਨਾਲ 15 ਮਿੰਟ ਤੱਕ ਇੱਕ ਇੰਟਰਵਿਊ ਕਰਨੀ ਚਾਹੁੰਦਾ ਹਾਂ। ਕਿਤੇ ਤੁਸੀਂ ਇਸ ਕਰਕੇ ਇਨਕਾਰ ਨਾ ਕਰਦੇ ਹੋ ਕਿ ਮੈਂ ਇੱਕ ਗਧਾ ਹਾਂ। ਪੰਡਤ ਜੀ ਹੱਸ ਕੇ ਬੋਲੇ, ਮੇਰੇ ਕੋਲ ਇੰਟਰਵਿਊ ਲਈ ਇੱਕ ਤੋਂ ਵੱਧ ਕੇ ਇੱਕ ਗਧਾ ਆਉਂਦਾ ਹੈ। ਇੱਕ ਹੋਰ ਸਹੀ, ਕੀ ਫਰਕ ਪੈਂਦਾ ਹੈ? ਸ਼ੁਰੂ ਕਰੋ। ਮੈਂ ਸ਼ੁਰੂ ਕਰਨ ਲੱਗਾ ਸਾਂ ਕਿ ਇਹਦੇ ਵਿੱਚ ਮਾਲੀ ਡੰਡਾ ਚੁੱਕੀ ਭੱਜਿਆ ਆਉਂਦਾ ਦਿਖਾਈ ਦਿੱਤਾ। ਮੈਂ ਮਾਲੀ ਵੱਲ ਦੇਖਿਆ, ਫਿਰ ਪੰਡਤ ਜੀ ਵੱਲ। ਪੰਡਤ ਜੀ ਸਮਝ ਗਏ। ਉਹਨਾਂ ਨੇ ਹੱਥ ਦੇ ਇਸ਼ਾਰੇ ਨਾਲ ਮਾਲੀ ਨੂੰ ਰੋਕ ਦਿੱਤਾ ਤੇ ਖੁਦ ਟਹਿਲਣ ਲੱਗੇ। ਮੈਂ ਰਾਮੂ ਧੋਬੀ ਦੀ ਦੁੱਖ ਭਰੀ ਕਹਾਣੀ ਸੰਖੇਪ ਸ਼ਬਦਾਂ ਵਿੱਚ ਸੁਣਾ ਦਿੱਤੀ। ਪੰਡਿਤ ਜੀ ਬੜੇ ਪ੍ਰਭਾਵਿਤ ਹੋਏ। ਕਹਿਣ ਲੱਗੇ, ਇਸ ਮਾਮਲੇ 'ਚ ਸਰਕਾਰ ਕੁਛ ਨਹੀਂ ਕਰ ਸਕਦੀ, ਪਰ ਮੈਂ ਆਪਣੀ ਜੇਬ 'ਚੋਂ 100 ਰੁਪਏ ਦੇ ਸਕਦਾ ਹਾਂ। ਇਹ ਕਹਿ ਕੇ ਉਹਨਾਂ ਨੇ ਜੇਬ ਵਿੱਚੋਂ 100 ਦਾ ਨੋਟ ਕੱਢਿਆ ਤੇ ਮੇਰੇ ਲੰਮੇ ਕੰਨ ਅੰਦਰ ਤੁੰਨ ਦਿੱਤਾ। ਮੈਂ ਕਿਹਾ, ਪੰਡਤ ਜੀ, ਸਵਰਗੀ ਕਿਦਾਵਾਈ ਵੀ ਇਸੇ ਤਰ੍ਹਾਂ ਦਾਨ ਦਿੰਦੇ ਸੀ। ਇਸ ਨਾਲ ਸੈਂਕੜੇ ਲੋਕਾਂ ਦਾ ਭਲਾ ਤਾਂ ਜ਼ਰੂਰ ਹੋ ਜਾਂਦਾ ਹੈ, ਪਰ ਹੈ ਤਾਂ ਦਾਨ ਹੀ। ਉਹ ਬੋਲੇ, ਦਾਨ ਤਾਂ ਹੈ। ਮੈਂ ਕਿਹਾ, ਦਾਨ ਬੰਦ ਹੋਣਾ ਚਾਹੀਦਾ ਹੈ। ਹਰ ਭਾਰਤ ਵਾਸੀ ਦਾ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਜਦੋਂ ਉਹ ਮਰੇ ਤਾਂ ਉਸ ਦੇ ਬਾਅਦ ਸਰਕਾਰ ਉਸਦੇ ਬੀਵੀ ਬੱਚਿਆਂ ਦੇ ਗੁਜ਼ਾਰੇ ਦਾ ਪ੍ਰਬੰਧ ਕਰੇ। ਆਜ਼ਾਦੀ ਦੇ ਮੂਲ ਸਿਧਾਂਤਾਂ 'ਚ ਇਹ ਵੀ ਹੋਣਾ ਚਾਹੀਦਾ ਹੈ। ਸਿਧਾਂਤ ਤਾਂ ਠੀਕ ਹੈ, ਪੰਡਤ ਜੀ ਬੋਲੇ, ਪਰ ਸਿਧਾਂਤਾਂ ਨੂੰ ਲਾਗੂ ਕਰਨ ਲਈ ਖੂਨ ਪਸੀਨਾ ਇੱਕ ਕਰਨ ਦੀ ਲੋੜ ਹੈ। ਇਸ ਲਈ ਬੜੇ ਘੱਟ ਲੋਕ ਤਿਆਰ ਹੁੰਦੇ ਨੇ। ਵੈਸੇ ਤੁਹਾਡੇ ਵਾਂਗ ਲੋਕ ਕ੍ਰਾਂਤੀ ਦੀਆਂ ਗੱਲਾਂ ਬੜੀਆਂ ਕਰਦੇ ਨੇ, ਪਰ ਰਾਮੂ ਧੋਬੀ ਦੀ ਵਿਧਵਾ ਨੂੰ ਪੈਨਸ਼ਨ ਦੇਣ ਲਈ ਰਾਸ਼ਟਰ ਕੋਲ ਇਸ ਨਾਲੋਂ ਕਿਤੇ ਵੱਧ ਦਾਨ ਹੋਣਾ ਚਾਹੀਦਾ ਹੈ, ਜਿੰਨਾ ਅੱਜ ਕੱਲ੍ਹ ਉਸ ਕੋਲ ਹੈ। ਇਸ ਰਾਸ਼ਟਰੀ ਧਨ ਨੂੰ ਵਧਾਉਣ ਲਈ ਅਸੀਂ 5 ਸਾਲੀ ਯੋਜਨਾ ਬਣਾਈ ਹੈ, ਜਿਸ ਦੇ ਆਧਾਰ 'ਤੇ ਸਾਰੇ ਦੇਸ਼ 'ਚ ਕੰਮ ਹੋ ਰਿਹਾ ਹੈ, ਪਰ ਲੋਕਾਂ ਨੂੰ ਉਹ ਉਤਸ਼ਾਹ ਨਹੀਂ ਜਿਸ ਦੀ ਮੈਨੂੰ ਉਹਨਾਂ ਤੋਂ ਆਸ ਸੀ। ਮੈਂ ਕਿਹਾ, ਲੋਕਾਂ 'ਚ ਤੁਹਾਡੇ ਪ੍ਰਤੀ ਅਸੀਮ ਕਦਰ ਹੈ। ਤੁਹਾਡੀਆਂ ਦੱਸੀਆਂ ਯੋਜਨਾਵਾਂ ਨਾਲ ਬੜਾ ਲਗਾਵ ਹੈ। ਤੁਹਾਡਾ ਹਰ ਹੁਕਮ ਉਹਨਾਂ ਦੇ ਸਿਰ ਮੱਥੇ ਹੁੰਦਾ ਹੈ। ਤੁਸੀਂ ਸੰਸਾਰ ਭਰ ਵਿੱਚ ਸ਼ਾਂਤੀ ਕਾਇਮ ਕਰਨ ਲਈ ਜਿਹੜੇ ਯਤਨ ਕਰਦੇ ਹੋ, ਉਹਨਾਂ ਕਰਕੇ ਨਾ ਸਿਰਫ ਭਾਰਤ ਦੇ ਲੋਕ ਬਲਕਿ ਸਾਰੇ ਦੇਸ਼ਾਂ ਦੇ ਲੋਕ ਤੁਹਾਨੂੰ ਪ੍ਰੇਮ ਕਰਨ ਲੱਗ ਪਏ ਨੇ। ਪੰਡਤ ਜੀ ਮੁਸਕਰਾਏ, ਬੋਲੇ, ਗਧੇ ਹੋਣ ਦੇ ਬਾਵਜੂਦ ਤੁਸੀਂ ਗੱਲਾਂ ਚੰਗੀਆਂ ਕਰ ਲੈਂਦੇ ਹੋ। ਮੈਂ ਕਿਹਾ, ਅੱਜ ਦੇ ਸੰਸਾਰ ਵਿੱਚ ਇੱਕ ਮਹਾਨ ਰਾਜਨੇਤਾ ਦੇ ਸਾਹਮਣੇ ਖੜਾ ਹਾਂ। ਪਤਾ ਨਹੀਂ ਫਿਰ ਕਦੇ ਮੌਕਾ ਮਿਲੇ ਨਾ ਮਿਲੇ, ਇਸ ਲਈ ਕਿਉਂ ਨਾ ਆਪਣੇ ਮਨ ਦੀ ਗੱਲ ਤੁਹਾਨੂੰ ਕਹਿ ਦਿਆਂ। ਪੰਡਤ ਜੀ, ਤੁਹਾਡੀ ਵਿਦੇਸ਼ ਨੀਤੀ ਦੀ ਸਫਲਤਾ ਨੂੰ ਹਰੇਕ ਮੰਨਦਾ ਹੈ। ਰਾਸ਼ਟਰੀ ਜੀਵਨ ਵਿੱਚ ਵੀ ਤੁਹਾਡੀ ਸਵਦੇਸ਼ੀ ਭਗਤੀ, ਲੋਕ ਮਿੱਤਰਤਾ ਅਤੇ ਰਾਸ਼ਟਰ ਸੇਵਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜੋ ਕੋਈ ਇੰਜ ਕਰੇਗਾ ਮੂੰਹ ਦੀ ਖਾਏਗਾ।
ਜੇ ਤੁਸੀਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਭਾਰਤ ਨੂੰ ਜਿਸ ਬੁਲੰਦੀ 'ਤੇ ਲੈ ਗਏ ਹੋ, ਉਸ ਤੋਂ ਤੁਹਾਡੇ ਮੋਢਿਆਂ ਦੀ ਮਜ਼ਬੂਤੀ ਦਾ ਪਤਾ ਲੱਗਦਾ ਹੈ। ਪਰ ਪੰਡਤ ਜੀ, ਕੀ ਇਹ ਕਾਫੀ ਹੈ? ਇੱਕ ਦੇਸ਼, ਇੱਕ ਵੱਡਾ ਦੇਸ਼, ਬਲਵਾਨ ਦੇਸ਼, ਭਾਰਤ ਵਰਗਾ ਦੇਸ਼ ਕਦੋਂ ਤੱਕ ਇੱਕ ਸ਼ਕਲ ਦੇ ਸਹਾਰੇ ਚਲੇਗਾ? ਕੀ ਤੁਸੀਂ ਯਕੀਨ ਨਹੀਂ ਕਰ ਸਕਦੇ ਹੋ ਕਿ ਜੇ ਤੁਹਾਡੇ ਆਪਣੇ ਰਾਜ 'ਚ ਉਚਿਤ ਪਰਿਵਰਤਨ ਨਾ ਕੀਤਾ ਤਾਂ ਤੁਹਾਡੇ ਬਾਅਦ ਭਾਰਤ ਦੀ ਉਹੀ ਦਸ਼ਾ ਨਹੀਂ ਹੋਏਗੀ ਜਿਹੜੀ ਅਸ਼ੋਕ ਤੇ ਅਕਬਰ ਦੇ ਬਾਅਦ ਹੋਈ ਸੀ। ਅਸ਼ੋਕ ਤੇ ਅਕਬਰ ਬਾਦਸ਼ਾਹ ਸਨ, ਪਰ ਅੱਜ ਦੇ ਵਿੱਚ ਭਾਰਤ ਵਿੱਚ ਲੋਕ ਰਾਜ ਹੈ। ਪੰਡਤ ਜੀ ਨੇ ਮੈਨੂੰ ਚੇਤਾ ਕਰਾਇਆ, ਸਿਰਫ ਵੋਟਾਂ ਨਾਲ ਲੋਕ ਰਾਜ ਨਹੀਂ ਬਣਦਾ। ਅੱਜ ਭਾਰਤ ਵਿੱਚ ਜਿਹੜਾ ਰਾਜ ਹੈ, ਮੈਂ ਉਸ ਨੂੰ ਵੱਧ ਤੋਂ ਵੱਧ ਨਹਿਰੂ ਦੇ ਆਤਮ ਬਲੀਦਾਨ ਦੇ ਨਾਂ ਨਾਲ ਬੁਲਾ ਸਕਦਾ ਹਾਂ। ਆਤਮ ਬਲੀਦਾਨ ਤਾਂ ਨਿੱਜੀ ਹੁੰਦਾ ਹੈ, ਪਰ ਸਿਰਫ ਇੱਕੋ ਆਦਮੀ ਵੱਲ ਦੇਖਦਾ ਹੈ, ਅਤੇ ਜਦੋਂ ਉਹ ਆਦਮੀ ਨਾ ਰਿਹਾ ਤਾਂ ਫੇਰ ਕੀ ਹੋਏਗਾ? ਪੰਡਤ ਜੀ, ਮੈਨੂੰ ਇਸ ਤੋਂ ਬੜਾ ਭੈ ਆਉਂਦਾ ਹੈ। ਮੈਂ ਇਸ ਸਵਾਲ ਦਾ ਜਵਾਬ ਪਹਿਲਾਂ ਹੀ ਦੇ ਚੁੱਕਿਆ। ਪੰਡਤ ਜੀ ਨੇ ਕਿਹਾ, ਮੈਂ ਨਹੀਂ ਸਮਝਦਾ ਕਿ ਮੇਰੇ ਪਿਆਰੇ ਦੇਸ਼ ਦੀ ਜਨਤਾ ਮੇਰੇ ਬਾਅਦ ਕੋਈ ਇੰਨਾ ਵੱਡਾ ਨੇਤਾ ਨਹੀਂ ਪੈਦਾ ਕਰ ਸਕਦੀ ਜਿਹੜਾ ਹਾਲਾਤ ਨੂੰ ਨਾ ਸੰਭਾਲ ਸਕੇ। ਮੈਨੂੰ ਆਪਣੀ ਜਨਤਾ 'ਤੇ ਭਰੋਸਾ ਹੈ। ਤੁਹਾਡਾ ਭਰੋਸਾ ਵਾਜਬ ਨਹੀਂ, ਪਰ ਇਹਨੂੰ ਵਿਹਾਰਕ ਰੂਪ ਵਿੱਚ ਲਿਆਉਣ ਲਈ ਭਾਰਤੀ ਜਨਤਾ ਦੀਆਂ ਰਾਜਨੀਤਿਕ ਰਚਨਾਤਮਕ ਸ਼ਕਤੀਆਂ ਨੂੰ ਜਗਾਉਣ ਲਈ ਕੀ ਇਹ ਜ਼ਰੂਰੀ ਨਹੀਂ ਕਿ ਹੁਣੇ ਤੋਂ ਕਦਮ ਚੁੱਕੇ ਜਾਣ? ਮਾਫ਼ ਕਰਨਾ ਪੰਡਤ ਜੀ, ਮੈਨੂੰ ਤੁਹਾਡੇ ਅਫਸਰਾਂ ਵਿੱਚੋਂ ਕੋਈ ਰਾਮੂ ਧੋਬੀ, ਕੋਈ ਜੰਮਨ ਚਮਾਰ, ਕੋਈ ਢੋਡੂ ਮਿਲ ਮਜ਼ਦੂਰ ਨਹੀਂ ਆਉਂਦਾ। ਕਾਰਾਂ ਵਾਲੇ ਬੜੇ ਨਜ਼ਰ ਆਉਂਦੇ ਨੇ, ਗਧੇ ਵਾਲਾ ਇੱਕ ਵੀ ਨਜ਼ਰ ਨਹੀਂ ਆਉਂਦਾ। ਜੇ ਰਾਸ਼ਟਰੀ ਧਨ ਨੂੰ ਵਧਾਉਣਾ ਹੈ ਤਾਂ ਰਾਸ਼ਟਰੀ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਸਫਲ ਬਣਾਉਣਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਦੇਸ਼ ਦੀ ਤਰੱਕੀ ਦਿਨ ਦੁੱਗਣੀ ਰਾਤ ਚੌਗਣੀ ਹੋਏ, ਤੇ ਇਸ ਰਾਜ ਪ੍ਰਣਾਲੀ ਨੂੰ ਬਦਲਣਾ ਪਏਗਾ, ਉੱਪਰੋਂ ਹੇਠਾਂ ਤੱਕ। ਜਨਤਾ ਦੇ ਹਰੇਕ ਵਰਗ ਨੂੰ ਉੱਪਰੋਂ ਹੇਠਾਂ ਤੱਕ ਰਹਿਨੁਮਾਈ ਦੇਣੀ ਪਏਗੀ ਅਤੇ ਇੱਕ ਅਜਿਹੀ ਰਾਸ਼ਟਰੀ ਸਰਕਾਰ ਦਾ ਨਿਰਮਾਣ ਕਰਨਾ ਪਏਗਾ ਜਿਸ ਵਿੱਚ ਦੇਸ਼ ਦੀ ਸਾਰੀ ਜਨਤਾ, ਪੂੰਜੀਪਤੀਆਂ ਤੋਂ ਕਾਂਗਰਸੀ ਤੱਕ ਅਤੇ ਕਾਂਗਰਸੀਆਂ ਤੋਂ ਸਮਾਜਵਾਦੀਆਂ ਤੱਕ ਸ਼ਾਮਲ ਹੋਣ। ਸਿਰਫ ਅਜਿਹੀ ਸਰਕਾਰੀ ਦੇਸ਼ ਵਿੱਚ ਉਤਸ਼ਾਹ ਦੀ ਲਹਿਰ ਦੌੜਾ ਸਕਦੀ ਹੈ। ਅੱਜ ਜਿਹੜੇ ਕੰਮ 10 ਜਾਂ 15 ਵਰ੍ਹਿਆਂ 'ਚ ਬਹੁਤ ਸਾਰੇ ਆਰਥਿਕ ਨੁਕਸਾਨ ਤੇ ਬਹੁਤ ਸਾਰੀ ਰਿਸ਼ਵਤਖੋਰੀ ਨਾਲ ਹੁੰਦੇ ਨੇ, ਘੱਟ ਤੋਂ ਘੱਟ ਆਰਥਿਕ ਨੁਕਸਾਨ, ਘੱਟ ਤੋਂ ਘੱਟ ਰਿਸ਼ਵਤਖੋਰੀ ਤੇ ਘੱਟ ਤੋਂ ਘੱਟ ਸਮੇਂ ਵਿੱਚ ਪੂਰੇ ਹੋ ਜਾਣਗੇ। ਕੰਮ ਦੀ ਗਤੀ ਵੱਧ ਜਾਏਗੀ ਕਿਉਂਕਿ ਜਨਤਾ ਹਰ ਸਤਰ ਤੇ ਰਾਜ ਅਫਸਰਾਂ ਵਿੱਚ ਮੌਜੂਦ ਹੋਏਗੀ। ਇਸ ਸਮੇਂ ਮਜ਼ਦੂਰਾਂ ਤੋਂ ਲੈ ਕੇ ਰਾਜ ਮੰਤਰੀਆਂ ਤੱਕ ਦੀ ਸਾਂਝੀ ਸਰਕਾਰ ਦੀ ਬੜੀ ਲੋੜ ਹੈ। ਪੰਡਤ ਜੀ ਮੁਸਕਰਾ ਕੇ ਬੋਲੇ, ਮੈਂ ਸੋਚਿਆ ਸੀ ਤੁਸੀਂ ਮੇਰਾ ਇੰਟਰਵਿਊ ਲੈਣ ਲਓਗੇ, ਲੱਗਦਾ ਹੈ ਤੁਸੀਂ ਇੰਟਰਵਿਊ ਲੈਣ ਨਹੀਂ ਦੇਣ ਆਏ ਹੋ। ਮੈਂ ਘਬਰਾ ਕੇ ਚੁੱਪ ਹੋ ਗਿਆ। ਗੱਲ ਸੱਚੀ ਕਹੀ ਸੀ ਉਹਨਾਂ ਨੇ। ਮੈਨੂੰ ਚੁੱਪਚਾਪ ਦੇਖ ਕੇ ਬੋਲੇ, ਨਹੀਂ ਨਹੀਂ, ਕਹੋ, ਮੈਂ ਤਾਂ ਹਮੇਸ਼ਾ ਹੀ ਵਿਦਿਆਰਥੀ ਰਿਹਾ, ਇੱਕ ਗਧੇ ਤੋਂ ਵੀ ਕੁਛ ਨਾ ਕੁਛ ਸਿੱਖ ਸਕਦਾ। ਮੈਂ ਕਿਹਾ, ਮੈਂ ਤੁਹਾਨੂੰ ਕੀ ਸਿਖਾਵਾਂਗਾ, ਸੂਰਜ ਸਾਹਮਣੇ ਦੀਵਾ ਕਿਵੇਂ ਬਲੇਗਾ। ਪਰ ਮੈਂ ਕਿਉਂਕਿ ਇੱਕ ਗਰੀਬ ਆਦਮੀ ਦਾ ਗਰੀਬ ਗਧਾ ਹਾਂ, ਜ਼ਿੰਦਗੀ ਭਰ ਭੁੱਖ ਦਾ ਸ਼ਿਕਾਰ ਰਿਹਾ। ਮੈਨੂੰ ਪਤਾ ਹੈ ਕਿ ਜੋ ਦਰਦ ਤੁਹਾਡੇ ਦਿਲ 'ਚ ਮੌਜੂਦ ਹੈ ਉਹ ਸਾਡੀ ਦਸ਼ਾ ਨੂੰ, ਸਾਡੀ ਨਿੱਤ ਦਿਨ ਦੀ ਹਾਲਤ ਨੂੰ ਦੇਖ ਕੇ ਹੀ ਤੁਹਾਡੇ ਦਿਲ ਵਿੱਚ ਪੈਦਾ ਹੁੰਦਾ ਹੈ। ਇਸ ਲਈ ਜੋ ਗੱਲ ਤੁਸੀਂ ਕਹਿੰਦੇ ਹੋ ਉਹ ਜਿਵੇਂ ਤੁਹਾਡੇ ਦਿਲੋਂ ਨਿਕਲ ਰਹੀ ਹੁੰਦੀ ਹੈ। ਪਰ ਮੁਸੀਬਤ ਇਹ ਹੈ ਕਿ ਤੁਹਾਡੇ ਤੇ ਸਾਡੇ ਵਿਚਕਾਰ ਜਿਹੜੀ ਵਾੜ ਲਾਈ ਗਈ ਹੈ, ਜਿਹੜੀ ਮਸ਼ੀਨਰੀ ਖੜੀ ਕੀਤੀ ਗਈ ਹੈ, ਇਹ ਅਤੀ ਪ੍ਰਕਿਰਿਆਵਾਦੀ, ਧੀਮੀ ਗਤੀ ਨਾਲ ਚੱਲਣ ਵਾਲੀ, ਬਲਕਿ ਅਕਸਰ ਤੁਹਾਡੇ ਵਿਪਰੀਤ ਚੱਲਣ ਵਾਲੀ ਹੈ। ਇਸ ਲਈ ਇਸ ਮਸ਼ੀਨਰੀ ਦੇ ਅੰਦਰ ਜੋ ਸ਼ਕਤੀਆਂ ਕੰਮ ਕਰਦੀਆਂ ਨੇ ਉਹ ਤੁਹਾਡੇ ਵਿਚਾਰਾਂ ਦੀਆਂ ਵਿਰੋਧੀ ਨੇ। ਹੁਣ ਤੱਕ ਜੋ ਕੰਮ ਹੁੰਦਾ ਹੈ ਉਹ ਤੁਹਾਡੇ ਭੈਣ ਨਾਲ ਹੋ ਰਿਹਾ ਹੈ। ਜੇ ਹੁਣ ਤੋਂ ਇਸ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਤੁਸੀਂ ਜਦੋਂ ਸਾਡੇ ਵਿਚਕਾਰ ਨਹੀਂ ਹੋਵੋਗੇ ਉਦੋਂ ਇਹ ਭੈ ਵੀ ਨਹੀਂ ਰਹੇਗਾ ਕਿ ਉਹ ਲੋਕ ਆਪਣੀ ਮਨਮਾਨੀ ਕਰਨਗੇ। ਤੁਹਾਡਾ ਮਤਲਬ ਮੇਰੇ ਸਾਥੀਆਂ ਤੋਂ ਹੈ? ਮੈਂ ਕਿਹਾ, ਜਿਹੜੇ ਤਾਂ ਸਾਥੀ ਤੁਸੀਂ ਲਾਏ ਨੇ, ਜਿਹੜੇ ਤੁਹਾਡੀ ਸੈਕੰਡ ਲਾਈਨ ਆਫ ਡਿਫੈਂਸ ਨੇ, ਉਹ ਉਮਰ ਦੀ ਅਗਵਾਈ ਪੱਖੋਂ ਤੁਹਾਡੇ ਤੋਂ ਬੁੱਢੇ ਨੇ ਤੇ ਸ਼ਾਇਦ ਤੁਹਾਥੋਂ ਬੜੀ ਪਹਿਲਾਂ ਭੁਗਤ ਜਾਣਗੇ। ਪਰ ਮੇਰਾ ਮਤਲਬ ਉਹਨਾਂ ਲੋਕਾਂ ਤੱਕ ਨਹੀਂ, ਮੇਰਾ ਮਤਲਬ ਸੰਗਠਿਤ ਰਾਸ਼ਟਰੀ ਸਰਕਾਰ ਤੋਂ ਹੈ। ਸਿਰਫ ਅਜਿਹੀਆਂ ਸਰਕਾਰਾਂ ਹੀ ਅਗਲੇ 20-30 ਵਰ੍ਹਿਆਂ 'ਚ ਭਾਰਤ ਨੂੰ ਅੱਗੇ ਲੈ ਜਾ ਸਕਦੀ ਹੈ, ਜਿਸ ਵਿੱਚ ਸਾਰੇ ਦਾ ਸਾਰਾ ਰਾਸ਼ਟਰ ਆਪਣੇ ਵੱਖ-ਵੱਖ ਵਰਗਾਂ ਤੇ ਤੱਥਾਂ ਸਮੇਤ ਰਾਸ਼ਟਰੀ ਹਿੱਤ ਤੇ ਤਰੱਕੀ ਲਈ ਇਕਜੁੱਟ ਹੋਵੇ। ਪੰਡਤ ਜੀ ਕਹਿਣ ਲੱਗੇ, ਮੈਂ ਨਹੀਂ ਮੰਨਦਾ ਕਿ ਸਰਕਾਰ ਦੀ ਮਸ਼ੀਨਰੀ ਮੇਰਾ ਸਾਥ ਨਹੀਂ ਦਿੰਦੀ, ਕੋਈ ਉਦਾਹਰਨ ਦਿਓ। ਮੈਂ ਕਿਹਾ, ਜਿੰਨੇ ਉਦਾਹਰਨ ਚਾਹੇ ਲੈ ਲਓ। ਤੁਸੀਂ ਆਪਣੀਆਂ ਯੋਜਨਾਵਾਂ ਵਿੱਚ ਪ੍ਰਾਈਵੇਟ ਸੈਕਟਰ ਨੂੰ ਘੱਟ ਤੇ ਪਬਲਿਕ ਸੈਕਟਰ ਨੂੰ ਵਧੇਰੇ ਰੱਖਣਾ ਚਾਹੁੰਦੇ ਹੋ, ਪਰ ਪ੍ਰਾਈਵੇਟ ਸੈਕਟਰ ਵੱਧ ਰਿਹਾ ਹੈ। ਜੂਟ, ਚਾਹ, ਬੈਂਕ ਧਨ ਦੇ ਇਲਾਵਾ ਹੁਣੇ 25 ਕਰੋੜ ਰੁਪਏ ਦੀ ਲਾਗਤ ਨਾਲ 2 ਤੇਲ ਰਿਫਾਈਨਰੀਆਂ ਖੁੱਲ੍ਹੀਆਂ ਨੇ। ਅਸੀਂ ਉਹਨਾਂ 'ਤੇ ਪੂਰਾ ਕੰਟਰੋਲ ਰੱਖਾਂਗੇ, ਪੰਡਤ ਜੀ ਨੇ ਹਿਰਖ ਨਾਲ ਕਿਹਾ। ਜੇ ਐਂਗਲੋ ਈਰਾਨ ਕੰਪਨੀ ਵਾਂਗ ਹੀ ਹੋਇਆ, ਫਿਰ ਕਿਤੇ ਇੰਜ ਨਾ ਹੋਏ ਕਿ ਉਸ ਨੂੰ ਕੰਟਰੋਲ ਕਰਦੇ ਕਰਦੇ ਤੁਹਾਡਾ ਪ੍ਰਧਾਨ ਮੰਤਰੀ ਵੀ ਡਾਕਟਰ ਮੁਸਾਦਿਕ ਵਾਂਗ ਖੁਰ ਭੁਰ ਜਾਏ। ਤੁਸੀਂ ਬਿਲਕੁਲ ਗਧੇ ਹੋ, ਪੰਡਤ ਜੀ ਨੇ ਹਿਰਖ ਕੇ ਕਿਹਾ। ਤੁਸੀਂ ਪੁਰਾਣੇ ਕਲਾਸੀਕਲ ਕ੍ਰਾਂਤੀਕਾਰੀਆਂ ਵਰਗੀਆਂ ਗੱਲਾਂ ਕਰਦੇ ਹੋ, ਭਾਰਤ ਦੀਆਂ ਖਾਸ ਪਰਿਸਥਿਤੀਆਂ ਨਹੀਂ ਦੇਖਦੇ।
ਇੱਥੋਂ ਦੀ ਜਨਤਾ ਦੀ ਖਾਸ ਮਨੋਬਿਰਤੀ ਦਾ ਅਧਿਐਨ ਨਹੀਂ ਕਰਦੇ। ਇਹਨਾਂ ਦੀ ਅਮਨ ਪਸੰਦੀ ਅਤੇ ਅਹਿੰਸਾ ਦੇ ਪ੍ਰਤੀ ਡੂੰਘੇ ਪ੍ਰੇਮ ਦੇ ਸਬੂਤ ਨਹੀਂ ਦੇਖਦੇ। ਹੌਲੀ ਹੌਲੀ ਰਾਸ਼ਟਰ ਪ੍ਰਤੀ ਫਰਜ਼ਾਂ ਦਾ ਰੂਪ ਬਦਲੇਗਾ। ਹੌਲੀ ਹੌਲੀ ਇਹਨਾਂ ਵਿੱਚ ਸਮਾਜਿਕ ਲਚਕ ਪੈਦਾ ਹੋਏਗੀ, ਜਿਹੜੀ ਇੱਕ ਮਾਡਰਨ ਸਮਾਜ ਦੀ ਵਿਸ਼ੇਸ਼ਤਾ ਹੁੰਦੀ ਹੈ। ਇਹ ਸਾਰੇ ਕੰਮ ਇੱਕੋ ਦਿਨ 'ਚ ਨਹੀਂ ਹੋ ਸਕਦੇ। ਭਾਰਤ ਵਿੱਚ ਕ੍ਰਾਂਤੀਕਾਰੀ ਸ਼ਕਤੀਆਂ ਭਾਰਤ ਦੇ ਵਿਦੇਸ਼ੀ ਸੁਭਾਅ ਵਿੱਚ ਡੁੱਬ ਕੇ ਤਰੋ ਤਾਜ਼ਾ ਹੋ ਕੇ ਉੱਪਰ ਸਕਣਗੀਆਂ। ਬਾਹਰੀ ਟਾਕੀਆਂ ਨਹੀਂ ਲੱਗਣੀਆਂ। ਮੈਂ ਤੁਹਾਨੂੰ ਸਾਫ਼-ਸਾਫ਼ ਕਹਿ ਦਿੰਦਾ ਹਾਂ, ਗਧੇ, ਹੌਲੀ ਹੌਲੀ ਕੰਮ ਹੋਣਗੇ ਸਭ। ਉਦੋਂ ਤੱਕ ਰਾਮੂ ਦੀ ਬੀਵੀ ਦਾ ਕੀ ਬਣੇਗਾ? ਮੈਂ ਬੱਚਿਆਂ ਦਾ ਕੀ ਹੋਏਗਾ? ਉਹਨਾਂ ਬੱਚਿਆਂ ਦਾ ਕੀ ਹੋਏਗਾ ਜਿਨ੍ਹਾਂ ਨੂੰ ਇਸ ਦੇਸ਼ ਦੀ 'ਚ ਨੌਕਰੀ ਨਹੀਂ ਮਿਲਦੀ, ਕੰਮ ਨਹੀਂ ਮਿਲਦਾ, ਜਿਹੜੇ ਮਜਬੂਰ ਹੋ ਕੇ ਇਸ ਦੇਸ਼ ਵਿੱਚੋਂ ਬਾਹਰ ਚਲੇ ਜਾਂਦੇ ਨੇ। ਫਿਰ ਇਸ ਦੇਸ਼ ਦੀ ਵਧੀ ਹੋਈ ਬੇਕਾਰੀ ਦਾ ਕੀ ਹੋਏਗਾ? ਹਰੇਕ ਸੂਬੇ ਦੇ ਆંકੜੇ ਦੇਖੋ। ਅਜੇ ਥੋੜ੍ਹੇ ਦਿਨ ਹੋਏ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਮੰਨਿਆ ਸੀ ਕਿ ਉਸ ਦੇ ਸੂਬੇ 'ਚ ਬੇਕਾਰੀ ਵੱਧ ਰਹੀ ਹੈ। ਮੇਰੇ ਕੋਲ ਕੋਈ ਛੂ ਮੰਤਰ ਤਾਂ ਹੈ ਨਹੀਂ ਕਿ ਇੱਕ ਦਿਨ 'ਚ ਭਾਰਤ ਦੀ ਦਸ਼ਾ ਬਦਲ ਦਿਆਂ। ਇੰਝ ਅੱਜ ਕੱਲ੍ਹ ਕਿਸੇ ਦੇਸ਼ ਵਿੱਚ ਨਹੀਂ ਹੋਇਆ। 25-30 ਸਾਲ ਤੋਂ ਪਹਿਲਾਂ ਕਿਸੇ ਦੇਸ਼ ਦੀ ਦਿਸ਼ਾ ਇੰਨੀ ਜਲਦੀ ਨਹੀਂ ਬਦਲ ਸਕਦੀ। ਹਰੇਕ ਦੇਸ਼ ਦਾ ਇਤਿਹਾਸ ਇਹੋ ਕਹਿੰਦਾ ਹੈ ਕਿ ਖੂਨ ਪਸੀਨਾ ਇੱਕ ਕਰ ਦੇਣ ਨਾਲ ਰਾਸ਼ਟਰੀ ਧਨ ਤੇ ਸ਼ਕਤੀ ਵੱਧਦੀ ਹੈ। ਫਿਰ ਮੇਰੀ ਪਿੱਠ 'ਤੇ ਹੱਥ ਰੱਖ ਕੇ ਬੋਲੇ, ਤੁਸੀਂ 15 ਮਿੰਟ ਤੋਂ ਵੱਧ ਲੈ ਲਏ, ਹੁਣ ਮੈਂ ਚੱਲਦਾ। ਮੈਂ ਕਿਹਾ, ਪੰਡਤ ਜੀ, ਤੁਹਾਨੂੰ ਇੱਕ ਬੇਨਤੀ ਹੈ। ਸੰਭਵ ਨੇ ਇੰਗਲੈਂਡ 'ਚ ਤੁਸੀਂ ਗਧੇ ਦੀ ਸਵਾਰੀ ਕੀਤੀ ਹੋਏ, ਪਰ ਭਾਰਤ 'ਚ ਤਾਂ ਮੈਂ ਨਹੀਂ ਸੁਣਿਆ ਕਿ ਤੁਸੀਂ ਗਧੇ ਦੀ ਪਿੱਠ 'ਤੇ ਸਵਾਰ ਹੋਏ ਹੋ। ਮੇਰੀ ਖੁਸ਼ਕਿਸਮਤੀ ਹੋਏਗੀ ਜੇ ਤੁਸੀਂ। ਪੰਡਤ ਜੀ ਨੇ ਮੈਨੂੰ ਆਪਣਾ ਵਾਕ ਪੂਰਾ ਨਹੀਂ ਕਰਨ ਦਿੱਤਾ। ਭੁੜਕ ਕੇ ਮੇਰੀ ਪਿੱਠ 'ਤੇ ਬੈਠ ਗਏ ਅਤੇ ਕੁਝ ਚਿਰ ਮੈਨੂੰ ਬਾਗ ਦੇ ਇਰਦ ਗਿਰਦ ਇੰਨਾ ਦੌੜਾਇਆ ਕਿ ਮੈਨੂੰ ਸਾਹ ਚੜ੍ਹ ਗਿਆ। ਅਖੀਰ ਮੈਂ ਹਾਰ ਮੰਨ ਲਈ। ਰੱਬ ਦਾ ਵਾਸਤਾ ਹੈ ਪੰਡਤ ਜੀ, ਹੁਣ ਤਾਂ ਉਤਰ ਜਾਓ। ਉਹ ਹੱਸ ਕੇ ਉਤਰ ਕੇ ਬੋਲੇ, ਹੁਣ ਦੱਸੋ, ਧੀਮੀ ਗਤੀ ਨਾਲ ਚੱਲਣ ਵਾਲਾ ਕੌਣ ਹੈ? ਇਸ ਪਿੱਛੋਂ ਉਹ ਮੇਰੇ ਵੱਲ ਮੁੜ ਗਏ ਅਤੇ ਮੈਂ ਦੇਖਿਆ ਕਿ ਬਰਾਂਡੇ ਵਿੱਚ ਕੁਝ ਵਿਦੇਸ਼ੀ ਦੂਤ ਅਤੇ 1-2 ਫੋਟੋਗ੍ਰਾਫਰ ਠਹਿਰ ਰਹੇ ਸਨ ਅਤੇ ਪੰਡਤ ਜੀ ਦੀ ਗਧੇ ਦੀ ਸਵਾਰੀ ਕਰਨ ਦੀਆਂ ਫੋਟੋਆਂ ਲੈ ਰਹੇ ਸਨ। 1-2 ਸੈਕਟਰੀ ਬੜੀ ਪਰੇਸ਼ਾਨੀ ਨਾਲ ਠਹਿਰ ਰਹੇ ਸਨ। ਨਹਿਰੂ ਜੀ ਮੇਰੀ ਪਿੱਠ ਥਾਪੜ ਕੇ ਉੱਧਰ ਚਲੇ ਗਏ। ਜਾਂਦੇ ਜਾਂਦੇ ਮੈਨੂੰ ਕਹਿ ਗਏ, ਉਸ ਧੋਬਨ ਨੂੰ ਉਹ 100 ਦਾ ਨੋਟ ਜ਼ਰੂਰ ਦੇਣਾ। ਮੈਂ ਬੜੇ ਮਾਣ ਨਾਲ ਦਦੱਤੀਆਂ ਝਾੜਦਾ ਹੋਇਆ ਪੰਡਤ ਜੀ ਦੀ ਕੋਠੀ ਵਿੱਚੋਂ ਬਾਹਰ ਨਿਕਲਿਆ। ਆਖਰ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਆਇਆ ਸੀ। ਬਾਹਰ ਆਉਂਦਿਆਂ ਹੀ ਮੈਨੂੰ ਪ੍ਰੈਸ ਦੇ ਨੁਮਾਇੰਦੇ ਨੇ ਤੇ ਫੋਟੋਗ੍ਰਾਫਰਾਂ ਨੇ ਘੇਰ ਲਿਆ। ਅਗਲਾ ਅੰਕ, ਘੇਰ ਲੈਣਾ ਗਧੇ ਨੂੰ ਪ੍ਰੈਸ ਦੇ ਨੁਮਾਇੰਦਿਆਂ ਦਾ ਤੇ ਲੈ ਜਾਣਾ ਕਾਂਸਟੀਟਿਊਸ਼ਨ ਕਲੱਬ ਵਿੱਚ ਤੇ ਬਿਆਨ ਗਧੇ ਦੀ ਪ੍ਰੈਸ ਕਾਨਫਰੰਸ ਦਾ। ਪ੍ਰਧਾਨ ਮੰਤਰੀ ਦੀ ਕੋਠੀ ਵਿੱਚੋਂ ਬਾਹਰ ਨਿਕਲੇ ਹੀ ਮੈਂ ਆਪਣੇ ਆਪ ਨੂੰ ਦੁਨੀਆ ਦਾ ਅਤ ਮਸ਼ਹੂਰ ਗਧਾ ਮਹਿਸੂਸ ਕੀਤਾ। ਕੁਝ ਚਿਰ ਪਹਿਲਾਂ ਮੈਂ ਇੱਕ ਆਮ ਤੇ ਬੇਨਾਮ ਗਧਾ ਸੀ, ਜਿਹੜਾ ਸੜਕਾਂ 'ਤੇ ਬੇਨਤੀ ਪੱਤਰ ਲਈ ਭੌਂਦਾ ਭਟਕਦਾ ਫਿਰਦਾ ਸੀ। ਪਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੁੰਦਿਆਂ ਹੀ ਜਿਵੇਂ ਮੇਰੀ ਕਿਸਮਤ ਬਦਲ ਗਈ। ਜਦੋਂ ਮੈਂ ਕੋਠੀ ਵਿੱਚੋਂ ਬਾਹਰ ਨਿਕਲਿਆ ਤਾਂ ਦਰਵਾਜ਼ੇ ਦੇ ਬਾਹਰ ਪ੍ਰੈਸ ਦੇ ਨੁਮਾਇੰਦਿਆਂ ਤੇ ਫੋਟੋਗ੍ਰਾਫਰਾਂ ਦੀ ਭੀੜ ਜੁੜੀ ਹੋਈ ਸੀ ਤੇ ਤਿਲ ਜੁਗਨ ਸੁੱਟਣ ਦੀ ਜਗ੍ਹਾ ਨਹੀਂ ਸੀ। ਮੇਰੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਸਨ ਤੇ ਉਹ ਲੋਕ ਮੈਨੂੰ ਘੇਰ ਕੇ ਕਾਂਸਟੀਟਿਊਸ਼ਨ ਕਲੱਬ ਲੈ ਗਏ ਤਾਂ ਕਿ ਮੇਰਾ ਇੰਟਰਵਿਊ ਲੈਣ। ਕਾਂਸਟੀਟਿਊਸ਼ਨ ਕਲੱਬ ਵਿੱਚ ਪ੍ਰੈਸ ਦੇ ਨੁਮਾਇੰਦੇ ਨੇ ਮੇਰੇ ਉੱਤੇ ਸਵਾਲਾਂ ਦੀ ਝੜੀ ਲਾ ਦਿੱਤੀ। ਪ੍ਰਧਾਨ ਮੰਤਰੀ ਨਾਲ ਤੁਹਾਡੀ ਕੀ ਗੱਲ ਹੋਈ? ਇੱਕ ਨੁਮਾਇੰਦੇ ਨੇ ਪੁੱਛਿਆ। ਮੈਂ ਕਿਹਾ, ਕੁਛ ਘਾਹ ਬਾਰੇ, ਕੁਛ ਗੁਲਾਬ ਦੇ ਫੁੱਲਾਂ ਬਾਰੇ। ਦੂਜਾ ਨੁਮਾਇੰਦਾ ਬੋਲਿਆ, ਤੁਸੀਂ ਸਾਨੂੰ ਟਰਕਾਰ ਰਹੇ ਹੋ, ਸਾਫ਼-ਸਾਫ਼ ਦੱਸੋ ਨਾ ਕਿਸ ਵਿਸ਼ੇ 'ਤੇ ਗੱਲਬਾਤ ਹੋਈ। ਪਰ ਮੈਂ ਕਿੱਥੇ ਉਹਨਾਂ ਦੀਆਂ ਗੱਲਾਂ ਵਿੱਚ ਆਉਣ ਵਾਲਾ ਸੀ। ਮੈਂ ਕਿਹਾ, ਕੁਛ ਧੋਬੀਆਂ ਬਾਰੇ, ਕੁਛ ਉਹਨਾਂ ਦੇ ਗਧਿਆਂ ਬਾਰੇ, ਕੁਛ ਵੀ ਨਸਲ ਦੇ ਗਧਿਆਂ ਬਾਰੇ ਜਿਹੜੀ ਅੱਜ ਕੱਲ੍ਹ ਭਾਰਤ 'ਚ ਤਿਆਰ ਹੋ ਰਹੇ ਨੇ। ਤੀਜਾ ਨੁਮਾਇੰਦਾ ਬੋਲਿਆ, ਵਲਾਇਤੀ ਗਧਿਆਂ ਬਾਰੇ ਵੀ ਕੋਈ ਚਰਚਾ ਹੋਈ? ਮੈਂ ਕਿਹਾ, ਹਾਂ, ਜਦੋਂ ਪੰਡਤ ਜੀ ਵਿਲਾਇਤ 'ਚ ਪੜ੍ਹਦੇ ਸਨ ਤਾਂ ਅਕਸਰ ਗਧਿਆਂ ਦੀ ਸਵਾਰੀ ਕਰਦੇ ਹੁੰਦੇ ਸਨ। ਉਨੀ ਦਿਨੀ ਉਹਨਾਂ ਨੂੰ ਹਾਸਟਰ ਬੋਰਡਸ਼ਾਇਰ ਦੇ ਗਧੇ ਬੜੇ ਪਸੰਦ ਸੀ। ਪ੍ਰੈਸ ਦੇ ਨੁਮਾਇੰਦਿਆਂ ਦੀਆਂ ਪੈਨਸ਼ਨਾਂ ਲਗਾਤਾਰ ਚੱਲ ਰਹੀਆਂ ਸਨ, ਪਰ ਸਾਫ਼ ਜਾਪਦਾ ਸੀ ਕਿ ਜਿਸ ਦੀ ਉਹਨਾਂ ਨੂੰ ਮੇਰੇ ਕੋਲੋਂ ਆਸ ਸੀ ਉਹ ਪੂਰੀ ਨਹੀਂ ਹੋ ਰਹੀ। ਮੈਨੂੰ ਉਹਨਾਂ ਵਿਚਾਰਿਆਂ 'ਤੇ ਤਰਸ ਆ ਗਿਆ। ਅਖੀਰ ਮੈਨੂੰ ਐਲਾਨ ਕਰਨਾ ਪਿਆ, ਸਤਿਕਾਰਤ ਸੁਣਿਓ ਤੇ ਸੱਜਣੋ, ਕਿਉਂਕਿ ਪ੍ਰੈਸ ਦੇ ਨੁਮਾਇੰਦਿਆਂ ਵਿੱਚ ਕਈ ਔਰਤਾਂ ਵੀ ਸਨ। ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਭਾਰਤ ਵਿੱਚ ਮੈਂ ਇਕੱਲਾ ਗਧਾ ਹਾਂ ਜਿਸ ਨੂੰ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਆਪਣੀ ਪਿੱਠ 'ਤੇ ਸਵਾਰੀ ਕਰਾਉਣ ਦਾ ਮਾਣ ਹਾਸਲ ਹੋਇਆ ਹੈ। ਇਹ ਐਲਾਨ ਸੁਣਦੇ ਹੀ ਬਹੁਤ ਸਾਰੇ ਨੁਮਾਇੰਦੇ ਖੁਸ਼ੀ ਵੱਸ ਭੁੜਕਣ ਲੱਗੇ। ਉਹਨਾਂ ਨੂੰ ਆਪਣੇ ਅਖਬਾਰ ਪਰਚਿਆਂ ਲਈ ਅਜਿਹੀਆਂ ਹੈਡਲਾਈਨਾਂ ਦੀ ਹੀ ਲੋੜ ਸੀ। ਮੈਨੂੰ ਆਪਣੀ ਸੋਚ ਵਿੱਚ ਉਹਨਾਂ ਅਖਬਾਰਾਂ ਤੇ ਪਰਚਿਆਂ ਦੀਆਂ ਹੈਡਲਾਈਨਾਂ ਤੈਰਦੀਆਂ ਹੋਈਆਂ ਦਿਖਾਈ ਦੇਣ ਲੱਗੀਆਂ। ਇੰਨੇ ਵਿੱਚ ਕਿਸੇ ਨੇ ਮੈਨੂੰ ਕੰਨ ਤੋਂ ਝੰਜੋੜਿਆ ਤੇ ਮੈਂ ਆਪਣੀ ਸੋਚਾਂ ਦੇ ਸਮੁੰਦਰ ਵਿੱਚੋਂ ਬਾਹਰ ਨਿਕਲ ਆਇਆ। ਇਹ ਅਮਰੀਕੀ ਪਰਚੇ ਲਾਈਫ ਦਾ ਨੁਮਾਇੰਦਾ ਸੀ। ਉਸਦੇ ਨਾਲ ਨਿਊਯਾਰਕ ਟਾਈਮਸ ਤੇ ਲੰਡਨ ਟਾਈਮਸ ਦੇ ਨੁਮਾਇੰਦੇ ਵੀ ਸਨ। ਲਾਈਫ ਦਾ ਨੁਮਾਇੰਦਾ ਬੋਲਿਆ, ਇਹ ਮਿਸਟਰ, ਤੁਸੀਂ ਤਾਂ ਸਾਡੇ ਫਰਾਂਸਿਸ ਨਾਲੋਂ ਵੀ ਵੱਧ ਗਏ। ਫਰਾਂਸਿਸ ਕੌਣ ਹੈ? ਬੋਲਣ ਵਾਲਾ ਖੱਚਰ ਮੈਟਰੋ ਗੋਲਡਵਿਨ ਦੀਆਂ ਫਿਲਮਾਂ 'ਚ ਕੰਮ ਕਰਦਾ ਹੈ।
ਪਰ ਉਸ ਨੂੰ ਕਦੀ ਇਹ ਸੁਭਾਗ ਪ੍ਰਾਪਤ ਨਹੀਂ ਹੋ ਸਕਿਆ ਕਿ ਦੁਨੀਆ ਦੇ ਕਿਸੇ ਮਹਾਨ ਨੀਤੀਕਾਰ ਨਾਲ ਮੁਲਾਕਾਤ ਕਰ ਸਕੇ। ਨਿਊਯਾਰਕ ਟਾਈਮਸ ਦੇ ਨੁਮਾਇੰਦਿਆਂ ਨੇ ਲਾਈਫ ਦੇ ਨੁਮਾਇੰਦੇ ਨੂੰ ਕੋਟ ਦੇ ਕਾਲਰ ਤੋਂ ਫੜ ਕੇ ਕਿਹਾ, ਉਹ ਭਰਾ, ਮੈਂ ਤੈਨੂੰ ਕਹਿਣਾ ਕਿ ਜੇ ਸਾਡੇ ਫਰਾਂਸਿਸ ਤੇ ਇਸ ਭਾਰਤੀ ਗਧੇ ਦਾ ਇੰਟਰਵਿਊ ਸਾਂਝਾ ਲਿਆ ਜਾਏ ਤਾਂ ਇਸ ਨੂੰ ਅਮਰੀਕਾ ਦੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਜਾਏ ਤਾਂ ਫਿਰ। ਲਾਈਫ ਦਾ ਨੁਮਾਇੰਦਾ ਇੱਕ ਨਿਵੇਕਲੀ ਤਜਵੀਜ਼ ਸੁਣ ਕੇ ਖੁਸ਼ੀ ਨਾਲ ਭੁੜਕ ਪਿਆ, ਬੋਲਿਆ, ਹੁਣੇ ਕੇਬਲ ਮੈਸੇਜ ਕਰਦਾ ਵਾਂ ਕਿ ਫਰਾਂਸਿਸ ਨੂੰ ਚਾਰਟਰਡ ਹਵਾਈ ਜਹਾਜ਼ ਰਾਹੀਂ ਭਾਰਤ ਭੇਜ ਦੇਣ। ਭਗਵਾਨ ਸਾਕਸ਼ੀ, ਇਹ ਮਜ਼ਾ ਆ ਜਾਏਗਾ। ਮਾਂਚੈਸਟਰ ਗਾਰਜੀਅਨ ਦੇ ਨੁਮਾਇੰਦੇ ਨੇ ਰਤਾ ਕਸੈਲ ਨਾਲ ਕਿਹਾ, ਪਰ ਭਰਾ, ਜਰਾ ਇਸ ਦੇ ਰਾਜਨੀਤਿਕ ਵਿਚਾਰ ਦਾ ਪਤਾ ਕਰ ਲਈਏ। ਬੜਾ ਹੰਡਿਆ ਵਰਤਿਆ ਗਧਾ ਜਾਪਦਾ ਹੈ। ਲੰਡਨ ਟਾਈਮਸ ਦੇ ਨੁਮਾਇੰਦੇ ਨੇ ਕਿਸੇ ਰਾਇਲ ਕਮਿਸ਼ਨ ਦੇ ਮੈਂਬਰ ਵਾਂਗ ਬੋਲਦਿਆਂ ਕਿਹਾ, ਉਹ ਮਿਸਟਰ ਡੰਕੀ, ਨਿੱਜੀ ਆਜ਼ਾਦੀ ਬਾਰੇ ਤੁਹਾਡਾ ਕੀ ਵਿਚਾਰ ਹੈ? ਮੈਂ ਕਿਹਾ, ਹਰੇਕ ਗਧੇ ਨੂੰ ਘਾਹ ਚਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਕੋਐਗਜ਼ਿਸਟੈਂਸ ਸਾਡੀ ਹੋਂਦ ਬਾਰੇ। ਮੈਂ ਕਿਹਾ, ਹਰੇਕ ਗਧੇ ਨੂੰ ਚਾਹੀਦਾ ਹੈ ਕਿ ਖੁਦ ਵੀ ਜੀਵੇ ਅਤੇ ਦੂਜਿਆਂ ਨੂੰ ਵੀ ਜਿਉਣ ਦੇ। ਘੱਟ ਤੋਂ ਘੱਟ ਅਸੀਂ ਗਧੇ ਤਾਂ ਇਸ ਨਿਯਮ ਦਾ ਪਾਲਣ ਕਰਦੇ ਹਾਂ। ਮੈਂ ਮਨੁੱਖਾਂ ਦੀ ਗੱਲ ਨਹੀਂ ਕਰਦਾ। ਜਾਤੀ ਭੇਦਭਾਵ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਕਿਹਾ, ਸਾਡੇ ਗਧਿਆਂ ਵਿੱਚ ਕਿਸੇ ਤਰ੍ਹਾਂ ਦੀ ਜਾਤੀ ਭੇਦਭਾਵ ਨਹੀਂ ਹੈ। ਗਧਾ ਕਾਲੇ ਵਾਲਾਂ ਵਾਲਾ ਹੋਵੇ ਜਾਂ ਭੂਰੇ ਵਾਲਾਂ ਵਾਲਾ, ਉਸਦਾ ਮੱਥਾ ਚਿੱਟਾ ਹੋਵੇ ਜਾਂ ਕਾਲਾ, ਉਸਦੀ ਖਲ ਧਾਰੀਦਾਰ ਹੋਵੇ ਜਾਂ ਬਿਨਾਂ ਧਾਰੀਦਾਰ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡੇ ਸਮਾਜ ਸਾਰੇ ਗਧੇ ਬਰਾਬਰ ਨੇ। ਮਾਂਚੈਸਟਰ ਗਾਰਜੀਅਨ ਦੇ ਨੁਮਾਇੰਦੇ ਨੇ ਇਸ ਦਿਲਚਸਪੀ ਨਾਲ ਨਿਊਯਾਰਕ ਟਾਈਮਸ ਤੇ ਲਾਈਫ ਦੇ ਨੁਮਾਇੰਦਿਆਂ ਵੱਲ ਦੇਖਿਆ, ਜਿਵੇਂ ਕਹਿ ਰਿਹਾ ਹੋਵੇ, ਦੇਖੋ, ਮੈਂ ਤੁਹਾਨੂੰ ਕਹਿੰਦਾ ਨਹੀਂ ਸੀ, ਪਹਿਲਾਂ ਇਸ ਦੇ ਵਿਚਾਰ ਜਾਣ ਲਓ। ਲਾਈਫ ਵਾਲੇ ਨੇ ਨਿਊਯਾਰਕ ਟਾਈਮਸ ਵਾਲੇ ਨੂੰ ਕਿਹਾ, ਮੇਰਾ ਖਿਆਲ ਹੈ ਹੁਣ ਫਰਾਂਸਿਸ ਨੂੰ ਬੁਲਾਉਣ ਦਾ ਕੋਈ ਫਾਇਦਾ ਨਹੀਂ ਹੈ। ਮਾਂਚੈਸਟਰ ਗਾਰਜੀਅਨ ਦੇ ਨੁਮਾਇੰਦੇ ਨੇ ਪੁੱਛਿਆ, ਸ਼੍ਰੀਮਾਨ, ਇਹ ਪੂਰਬ ਤੇ ਪੱਛਮ 'ਚ ਜਿਹੜੀ ਠੰਡੀ ਜੰਗ ਛਿੜੀ ਹੋਈ ਹੈ, ਉਸ ਬਾਰੇ ਵੀ ਤਾਂ ਮੂੰਹੋਂ ਫੁੱਲ ਕੇਰੋ। ਮੈਂ ਕਿਹਾ, ਸਾਡੇ ਗਧਿਆਂ 'ਚ ਕਦੇ ਕੋਈ ਠੰਡੀ ਜਾਂ ਗਰਮ ਜੰਗ ਨਹੀਂ ਹੁੰਦੀ। ਅਸਲ ਵਿੱਚ ਅਸੀਂ ਗਧੇ ਲੋਕ, ਜਿਵੇਂ ਕਿ ਤੁਹਾਨੂੰ ਮਨੁੱਖਾਂ ਨੂੰ ਪਤਾ ਹੋਏਗਾ, ਜੰਗ ਨੂੰ ਬੜੀ ਨਫ਼ਰਤ ਕਰਦੇ ਹਾਂ। ਤੁਸੀਂ ਅਕਸਰ ਦੇਖਿਆ ਹੋਏਗਾ ਕਿ ਘਾਹ ਦੇ ਮੈਦਾਨ ਵਿੱਚੋਂ ਦਰਜਨਾਂ ਗਧੇ ਇਕੱਠੇ ਚਰਦੇ ਨੇ ਅਤੇ ਕਦੀ ਕੋਈ ਲੜਾਈ ਨਹੀਂ ਹੁੰਦੀ। ਸਾਡੀ ਸਮਝ 'ਚ ਨਹੀਂ ਆਉਂਦਾ, ਆਖਰ ਮਨੁੱਖ ਇਸ ਤਰ੍ਹਾਂ ਕਿਉਂ ਇਕੱਠੇ ਨਹੀਂ ਚਰ ਸਕਦੇ। ਫਿਰ ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਵੱਖ-ਵੱਖ ਰੰਗਾਂ ਅਤੇ ਜਾਤਾਂ ਦੇ ਗਧੇ ਰਲ ਮਿਲ ਕੇ ਇੱਟਾਂ ਢੋਂਦੇ ਨੇ ਅਤੇ ਇੱਕ ਨਵਾਂ ਮਕਾਨ ਬਣਾਉਣ 'ਚ ਮਦਦ ਕਰਦੇ ਨੇ। ਹੁਣ ਮੇਰੀ ਸਮਝ 'ਚ ਨਹੀਂ ਆਉਂਦਾ ਕਿ ਤੁਸੀਂ ਮਨੁੱਖ ਵਾਰ-ਵਾਰ ਵੱਖ-ਵੱਖ ਰੰਗਾਂ ਦੇ ਜਾਤਾਂ ਦੇ ਮਨੁੱਖ ਕਿਉਂ ਰਲ ਮਿਲ ਕੇ ਤੇ ਕਾਰਖਾਨਾ ਜਾਂ ਇੱਕ ਨਵਾਂ ਸੰਸਾਰ ਨਹੀਂ ਬਣਾ ਸਕਦੇ। ਤੇ ਪੰਚਸ਼ੀਲ ਬਾਰੇ ਵੀ। ਇਸ 'ਤੇ ਲੰਡਨ ਟਾਈਮਸ ਦੇ ਨੁਮਾਇੰਦੇ ਨੇ ਨਫ਼ਰਤ ਨਾਲ ਮੂੰਹ ਫੇਰ ਕੇ ਮਾਂਚੈਸਟਰ ਗਾਰਜੀਅਨ ਦੇ ਨੁਮਾਇੰਦੇ ਨੂੰ ਕਿਹਾ, ਪੁੱਛਣਾ ਬੇਕਾਰ ਹੈ। ਇਸ ਗਧੇ 'ਤੇ ਨਹਿਰੂ ਦਾ ਜਾਦੂ ਚੱਲ ਚੁੱਕਿਆ ਹੈ। ਚੰਗਾ ਹੋਇਆ ਇਹ ਗਧਾ ਬਾਂਡੂੰਗ ਕਾਨਫਰੰਸ ਨਹੀਂ ਸੀ, ਵਰਨਾ ਪਤਾ ਨਹੀਂ ਉੱਥੇ ਕੀ ਉਪਦਰ ਮਚਾਉਂਦਾ। ਉਹ ਤਿੰਨੋਂ ਮੈਨੂੰ ਛੱਡ ਕੇ ਚਲੇ ਗਏ। ਉਹਨਾਂ ਦੇ ਜਾਣ ਪਿੱਛੋਂ ਬਹੁਤ ਸਾਰੇ ਸਵਾਲ ਹੋਏ, ਵੱਖ-ਵੱਖ ਵਿਸ਼ਿਆਂ ਦੇ ਜਿਨ੍ਹਾਂ ਦੇ ਜਵਾਬ ਦੇਣ 'ਚ ਵੀ ਮੈਂ ਪੂਰੀ ਕੋਸ਼ਿਸ਼ ਕੀਤੀ, ਭਾਵ ਜਿੱਥੋਂ ਤੱਕ ਇੱਕ ਗਧਾ ਜਵਾਬ ਦੇ ਸਕਦਾ ਸੀ। ਮੈਂ ਪ੍ਰੈਸ ਕਾਨਫਰੰਸ ਕੋਈ 1.5 ਘੰਟੇ ਤੱਕ ਜਾਰੀ ਰੱਖੀ। ਉਸ ਪਿੱਛੋਂ ਸਾਰੇ ਨੁਮਾਇੰਦੇ ਆਪਣੀ ਰਿਪੋਰਟਾਂ ਦੇਣ ਆਪਣੇ ਦਫ਼ਤਰ ਨੂੰ ਚਲੇ ਗਏ, ਕਿਉਂਕਿ ਅੱਜ ਉਹਨਾਂ ਦੇ ਹੱਥ ਇੱਕ ਨਵਾਂ ਸ਼ੋਸ਼ਾ ਆ ਗਿਆ ਸੀ। ਇੰਨੀ ਲੰਮੀ ਚੌੜੀ ਕਾਨਫਰੰਸ ਪਿੱਛੋਂ ਮੈਂ ਵੀ ਆਪਣੇ ਪਸੀਨੇ ਨਾਲ ਲੱਥ-ਪੱਥ ਸੀ ਤੇ ਥੱਕ ਗਿਆ ਸੀ। ਮੈਂ ਸੋਚਿਆ ਕਿ ਰਾਮੂ ਦੀ ਵਿਧਵਾ ਦੇ ਘਰ ਜਾਣ ਤੋਂ ਪਹਿਲਾਂ ਯਮੁਨਾ ਵਿੱਚ ਨਹਾਉਣਾ ਚਾਹੀਦਾ ਹੈ। ਤਬੀਅਤ ਹੌਲੀ ਹੋ ਜਾਏਗੀ ਤੇ ਥਕਾਵਟ ਵੀ ਲੱਥ ਜਾਏਗੀ। ਇਹ ਸੋਚ ਕੇ ਮੈਂ ਕਾਂਸਟੀਟਿਊਸ਼ਨ ਕਲੱਬ 'ਚੋਂ ਬਾਹਰ ਨਿਕਲਿਆ ਤੇ ਇੱਕ ਮੋਟੇ, ਤਾਜ਼ੇ ਤੇ ਮਧਰੇ ਕੱਦ ਆਦਮੀ ਨੇ ਆ ਕੇ, ਜਿਸਨੇ ਇੱਕ ਬੜੀ ਸ਼ਾਨਦਾਰ ਧੋਤੀ ਤੇ ਠੁੱਕਦਾਰ ਅਚਕਨ ਪਾਈ ਹੋਈ ਸੀ, ਮੇਰਾ ਧਿਆਨ ਖਿੱਚਦਿਆਂ ਕਿਹਾ, ਮਾਫ਼ ਕਰਨਾ, ਤੁਸੀਂ ਉਹ ਗਧੇ ਹੋ, ਬੋਲਣ ਵਾਲੇ ਗਧੇ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਇੱਕ ਸਪੈਸ਼ਲ ਇੰਟਰਵਿਊ ਕੀਤੀ ਹੈ? ਹਾਂ ਜੀ। ਮਧਰੇ ਆਦਮੀ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ, ਫਿਰ ਕੁਝ ਚਿਰ ਚੁੱਪ ਰਿਹਾ, ਫਿਰ ਜਿਵੇਂ ਆਪਣੇ ਆਪ ਨੂੰ ਸੰਭਾਲਦਾ ਬੋਲਿਆ, ਜੇ ਕਸ਼ਟ ਨਾ ਹੋਏ ਤਾਂ ਇਸ ਵੇਲੇ ਦਾ ਖਾਣਾ ਗਰੀਬ ਖਾਨੇ ਵਿੱਚ ਖਾਓ। ਮੇਰੀ ਕੋਠੀ ਇੱਥੋਂ ਕਾਂਸਟੀਟਿਊਸ਼ਨ ਕਲੱਬ ਦੇ ਨੇੜੇ ਹੀ ਹੈ, ਬਰਜੂਟੀਆਂ ਮਹਿਲ। ਪਰ ਉੱਥੇ ਅਪੜਾਂਗੇ ਕਿਵੇਂ? ਮੈਂ ਅੰਬੜਾਈ ਲੈਂਦਿਆਂ ਕਿਹਾ, ਮੈਂ ਬੜਾ ਥੱਕ ਗਿਆ ਸੀ। ਮੇਰੇ ਕੋਲ ਇੱਕ ਵਿਉਂਕ ਗੱਡੀ ਹੈ, ਤੁਸੀਂ ਸ਼ਾਇਦ ਉਸ ਵਿੱਚ ਨਾ ਆ ਸਕੋ, ਇਸ ਲਈ ਮੈਂ ਤੁਹਾਡੇ ਲਈ ਇੱਕ ਸ਼ੈਵਰਲੇ ਲਾਰੀ ਲੈ ਆਇਆ ਹਾਂ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਸ਼ੈਵਰਲੇ ਲਾਰੀ ਵਿੱਚ ਸਫ਼ਰ ਕੀਤਾ। ਭਰਾ, ਇਹ ਲੋਹੇ ਦਾ ਗਧਾ ਵੀ ਖੂਬ ਹੁੰਦਾ ਹੈ। ਪਰ ਜੂਟੀਆ ਮਹਿਲ ਸੱਚਮੁੱਚ ਹੀ ਇੱਕ ਮਹਿਲ ਵਾਂਗ ਸਜਿਆ ਹੋਇਆ ਸੀ। ਜਿਸ ਸੋਫੇ ਉੱਤੇ ਜਾ ਕੇ ਮੈਨੂੰ ਬਿਠਾਇਆ ਗਿਆ, ਉਹ ਇੰਨਾ ਵੱਡਾ ਸੀ ਕਿ ਉਸ 'ਤੇ 2 ਗਧੇ ਆਸਾਨੀ ਨਾਲ ਆਰਾਮ ਕਰ ਸਕਦੇ ਸੀ। ਬਰਜੂਟੀਆ ਮਹਿਲ ਵਿੱਚ ਤਸ਼ਰੀਫ ਰਖਵਾਏ ਜਾਣ ਪਿੱਛੋਂ ਬਰਜੂਟੀਆ ਨੇ ਬੜੇ ਆਦਰ ਨਾਲ ਝੁਕ ਕੇ ਕਿਹਾ, ਹੁਣ ਤੁਸੀਂ ਕੀ ਖਾਓਗੇ ਪੀਓਗੇ, ਲੈਮਨ ਸਕੁਐਸ਼ ਜਾਂ ਸ਼ਰਬਤ ਰੂਹ ਅਫਜ਼ਾ? ਮੈਂ ਕਿਹਾ, ਮੈਂ ਥੋੜ੍ਹਾ ਜਿਹਾ ਘਾਹ ਖਾਵਾਂਗਾ। ਬਰਜੂਟੀਆ ਨੇ ਬੜੀ ਗੰਭੀਰਤਾ ਨਾਲ ਘੰਟੀ ਵਜਾਈ, ਜਿਵੇਂ ਸਾਰੀ ਉਮਰ ਮਹਿਮਾਨਾਂ ਨੂੰ ਘਾਹ ਖਵਾਉਣਾ ਉਸਦਾ ਨਿਯਮ ਰਿਹਾ ਹੋਵੇ। ਉਸ ਪਿੱਛੋਂ ਉਸਨੇ ਆਪਣੇ ਨੌਕਰ ਨੂੰ ਕੁਝ ਹੁਕਮ ਦਿੱਤੇ।
ਥੋੜ੍ਹੀ ਦੇਰ ਬਾਅਦ ਜਦੋਂ ਨੌਕਰ ਕਮਰੇ ਵਿੱਚ ਆਇਆ ਤਾਂ ਮੈਂ ਕੀ ਦੇਖਿਆ ਕਿ ਚਾਂਦੀ ਦੀ ਇੱਕ ਬੜੀ ਸੁੰਦਰ ਟਰੇ ਵਿੱਚ ਹਰਾ ਖੂਬਸੂਰਤ ਘਾਹ ਧੋ ਸਵਾਰ ਕੇ ਰੱਖਿਆ ਹੋਇਆ ਸੀ। ਬਰੀਕ ਬਰੀਕ ਕੱਟਿਆ ਹੋਇਆ ਘਾਹ ਸੀ ਜਿਸ ਨੂੰ ਖਾਣ ਵਿੱਚ ਦੰਦਾਂ ਨੂੰ ਜ਼ਰਾ ਵੀ ਤਕਲੀਫ ਨਹੀਂ ਸੀ ਕਰਨੀ। ਘਾਹ ਖਾਣ ਵੇਲੇ ਨੌਕਰ ਨੰਬਰ 2 ਨੇ ਚਾਂਦੀ ਦੀ ਇੱਕ ਬਾਲਟੀ 'ਚ ਮੈਨੂੰ ਪਾਣੀ ਪੇਸ਼ ਕੀਤਾ। ਰੈਫਰੀਜਰੇਟਰ ਦਾ ਠੰਡਾ ਪਾਣੀ ਪੀਣਾ ਸੀ, ਜਿਸ ਵਿੱਚ ਪਤਾ ਨਹੀਂ ਕਿੰਨੀਆਂ ਸੁਗੰਧਾਂ ਤੇ ਸ਼ਰਬਤ ਪਾਏ ਹੋਏ ਸਨ। ਜਦੋਂ ਮੈਂ ਪਾਣੀ ਪੀ ਲਿਆ ਤਾਂ ਨੌਕਰ ਨੰਬਰ 3 ਨੇ ਚਿੱਟੇ ਤੌਲੀਏ ਨਾਲ ਮੇਰਾ ਮੂੰਹ ਸਾਫ਼ ਕੀਤਾ। ਨੌਕਰ 4 ਨੇ ਆ ਕੇ ਪੁੱਛਿਆ, ਤੁਸੀਂ ਕਿਹੜੇ ਪਾਨ ਨੋਸ਼ ਫਰਮਾਓਗੇ, ਸਾਦਾ ਜਾਂ ਕਵਾਮ ਵਾਲਾ? ਮੈਂ ਕਿਹਾ ਕਵਾਮ ਵਾਲਾ ਬਿਹਤਰ ਰਹੇਗਾ, ਪਰ ਦੇਖਣਾ ਕਵਾਮ ਖਾਸ ਲਖਨਊ ਦਾ ਹੋਵੇ, ਵਰਨਾ ਸਾਰਾ ਮਜ਼ਾ ਕਿਰਕਰਾ ਹੋ ਜਾਏਗਾ। ਇੰਨਾ ਕਹਿ ਕੇ ਮੈਂ ਸੇਠ ਬਰਜੂਟੀਆ ਵੱਲ ਭੰਮਿਆ ਤੇ ਉਹਨਾਂ ਤੋਂ ਪੁੱਛਣਾ ਪਿਆ, ਤੁਸੀਂ ਇੰਨਾ ਕਸ਼ਟ ਕਿਉਂ ਕੀਤਾ ਸੀ? ਪਰ ਬਰਜੂਟੀਆ ਨੇ ਆਪਣੀ ਕੁਰਸੀ ਜਰਾ ਪਿੱਛੇ ਖਿਸਕਾ ਲਈ ਅਤੇ ਮੇਰੇ ਵੱਲ ਧਿਆਨ ਨਾਲ ਦੇਖ ਕੇ ਬੋਲਿਆ, ਸ਼੍ਰੀਮਾਨ ਜੀ, ਸਾਫ਼-ਸਾਫ਼ ਕਹਿ ਦਿਆਂ? ਬਿਲਕੁਲ ਸਾਫ਼-ਸਾਫ਼ ਕਹੋ, ਮੈਂ ਖੁੱਲ੍ਹਦੀਨੀ ਨਾਲ ਕਿਹਾ। ਗੱਲ ਇਹ ਹੈ, ਸੇਠ ਬਰਜੂਟੀਆ ਨੇ ਮੇਰੇ ਹੋਰ ਨੇੜੇ ਹੁੰਦਿਆਂ ਕਿਹਾ। ਮੈਂ ਉਸ ਕਾਨਫਰੰਸ ਵਿੱਚ ਮੌਜੂਦ ਸੀ। ਉਦੋਂ ਮੈਂ ਅੰਦਾਜ਼ਾ ਲਾਇਆ ਸੀ ਕਿ ਤੁਸੀਂ ਪੰਡਤ ਜੀ ਨਾਲ ਇੰਟਰਵਿਊ ਦਾ ਆਪਣਾ ਮੂਲ ਉਦੇਸ਼ ਬਿਲਕੁਲ ਗੋਲ ਕਰ ਗਏ ਹੋ। ਬਸ ਉੱਥੇ ਹੀ ਮੈਨੂੰ ਸ਼ੱਕ ਪਿਆ। ਮੈਂ ਗੱਲ ਨੂੰ ਕੁਝ ਸਮਝਦਾ ਕਿਹਾ, ਬਸ ਤੁਸੀਂ ਹੁਣ ਮੈਨੂੰ ਸਾਫ਼-ਸਾਫ਼ ਦੱਸ ਦਿਓ ਕਿ ਤੁਹਾਡੇ ਤੇ ਪੰਡਤ ਜੀ ਦੇ ਦਰਮਿਆਨ ਕੀ ਗੱਲਾਂ ਹੋਈਆਂ। ਗੱਲਾਂ ਤਾਂ ਬਹੁਤ ਸਾਰੀਆਂ ਹੋਈਆਂ, ਮੈਂ ਸਹਿਜ ਸੁਰ ਵਿੱਚ ਸਿਰ ਹਿਲਾ ਕੇ ਕਿਹਾ। ਰਾਸ਼ਟਰੀ ਜ਼ਿੰਦਗੀ ਦੀਆਂ ਗੱਲਾਂ, ਵਿਦੇਸ਼ੀ ਰਾਜਨੀਤੀ ਦੀਆਂ ਗੱਲਾਂ, 5 ਸਾਲੀ ਯੋਜਨਾ ਦੀਆਂ ਗੱਲਾਂ, ਠੇਕਿਆਂ ਬਾਰੇ ਵੀ ਕੁਝ ਗੱਲ ਹੋਈ ਸੀ ਕਿ ਨਹੀਂ? ਮੇਰੇ ਦਿਮਾਗ ਵਿੱਚ ਤੇਲ ਦੀ ਰਿਫਾਈਨਰੀ ਦੀ ਚਰਚਾ ਉੱਭਰ ਆਈ। ਮੈਂ ਕਿਹਾ, ਹਾਂ, ਕੁਝ ਠੇਕੇ ਦੀਆਂ ਗੱਲਾਂ ਵੀ ਹੋਈਆਂ ਸਨ। ਕਿੰਨੇ ਦੇ ਠੇਕੇ ਦੀਆਂ? 10 ਲੱਖ ਜਾਂ 20 ਲੱਖ? ਇਸ ਤੋਂ ਵੀ ਵੱਧ? 1 ਕਰੋੜ? ਬਰਜੂਟੀਆ ਨੇ ਕੁਰਸੀ ਹੋਰ ਅੱਗੇ ਖਿਸਕਾ ਲਈ। ਇਸ ਤੋਂ ਵੀ ਵੱਧ? 5 ਕਰੋੜ? ਨਹੀਂ ਜੀ, ਇਸ ਤੋਂ ਵੀ ਵੱਧ, 10 ਕਰੋੜ। ਬਰਜੂਟੀਆ ਦੀ ਆਵਾਜ਼ ਕੰਬਣ ਲੱਗੀ। ਉਹ ਕੁਰਸੀ ਖਿਸਕਾਉਂਦੇ ਬਿਲਕੁਲ ਮੇਰੇ ਚਿਹਰੇ ਦੇ ਨੇੜੇ ਆ ਗਏ। 10 ਕਰੋੜ ਨਾਲੋਂ ਵੀ ਵੱਧ? 25 ਕਰੋੜ, ਮੈਂ ਕਿਹਾ। ਬਸ, ਅੱਗੇ ਮੈਨੂੰ ਕੁਝ ਨਾ ਦੱਸਣਾ। ਸੇਠ ਬਰਜੂਟੀਆ ਨੇ ਮੇਰੇ ਬੁੱਲ੍ਹਾਂ 'ਤੇ ਹੱਥ ਰੱਖਦੇ ਹੋਏ ਕਿਹਾ, ਕੰਨਾਂ ਦੇ ਵੀ ਕੰਨ ਹੁੰਦੇ ਨੇ, ਪਰ ਸੁਣੋ ਵੀ, ਮੈਂ ਕੁਝ ਕਹਿਣਾ ਚਾਹਿਆ। ਸੇਠ ਬਰਜੂਟੀਆ ਨੇ ਆਪਣੇ ਬੁੱਲ੍ਹਾਂ 'ਤੇ ਉਂਗਲ ਰੱਖਦਿਆਂ ਕਿਹਾ, ਮੈਂ ਹੋਰ ਕੁਝ ਨਹੀਂ ਪੁੱਛਣਾ, ਬਸ ਇੰਨਾ ਕਾਫੀ ਹੈ। 25 ਕਰੋੜ? ਤੌਬਾ। ਸੁਣੋ ਸ਼੍ਰੀਮਾਨ ਜੀ, ਅੱਜ ਦਾ ਤੁਸੀਂ ਹੋਏ ਮੇਰੇ ਪਾਰਟਨਰ। ਮੈਂ ਹੈਰਾਨ ਹੋ ਕੇ ਪੁੱਛਿਆ, ਕਿਸ ਗੱਲ ਦਾ? ਉਸੇ ਸੌਦੇ ਦਾ, ਬਰਜੂਟੀਆ ਨੇ ਇਸ਼ਾਰਾ ਕਰਦਿਆਂ ਕਿਹਾ, ਜਿਸ ਦੀ ਚਰਚਾ ਪੰਡਤ ਜੀ ਨਾਲ ਹੋਈ। ਪਰ ਮੈਂ ਕਹਿਣਾ ਚਾਹਿਆ, ਪਰ ਬਰਜੂਟੀਆ ਨੇ ਫਿਰ ਮੇਰੀ ਗੱਲ ਟੋਕ ਦਿੱਤੀ। ਭਰਪੂਰ ਨਹੀਂ ਚੱਲਣੀ ਮੇਰੇ ਨਾਲ। ਬਰਜੂਟੀਆ ਮੈਨੂੰ ਸਮਝਾਉਣ ਲੱਗੇ, ਦੇਖੋ, ਉਂਝ ਤਾਂ ਤੁਸੀਂ ਬੜੇ ਬੁੱਧੀਮਾਨ ਹੋ, ਪਰ ਤੁਹਾਡੇ ਕੋਲੋਂ ਰੁਪਈਏ ਨਹੀਂ, ਤੇ ਰੁਪਏ ਮੇਰੇ ਕੋਲ ਨੇ, ਜਿੰਨੇ ਚਾਹੀਦੇ ਹੋਣ। ਮੈਂ ਤੁਹਾਨੂੰ ਜਿਸ ਬਿਜ਼ਨਸ 'ਚ 1/3 ਦਾ ਹਿੱਸੇਦਾਰ ਬਣਾਵਾਂਗਾ, ਇਸ ਬਿਜ਼ਨਸ ਵਿੱਚ 1/3 ਦਾ ਹਿੱਸੇਦਾਰ ਬਣਾਵਾਂਗਾ। ਭਰਪੂਰ, ਮੈਂ ਇਨਕਾਰ ਵਿੱਚ ਸਿਰ ਹਿਲਾ ਕੇ ਕਿਹਾ, ਪਰ ਇਹ ਵੀ ਤਾਂ ਦੇਖੋ। ਅੱਛਾ, ਮੈਂ ਸਮਝ ਗਿਆ, ਤੁਸੀਂ ਹਿੱਸਾ ਵਧਾਉਣਾ ਚਾਹੁੰਦੇ ਹੋ। ਅੱਛਾ, ਚਲੋ 50-50, ਅੱਧਾ ਹਿੱਸਾ ਮੇਰਾ, ਅੱਧਾ ਤੁਹਾਡਾ। ਰੁਪਏ ਸਾਰ ਮੈਂ ਲਵਾਂਗਾ। ਚਲੋ ਹੁਣ ਠੀਕ ਹੈ, ਕਰੋ ਇਸ ਕਾਗਜ਼ ਦੇ ਦਸਤਖਤ। ਮੈਂ ਟੈਲੀਫੋਨ 'ਤੇ ਸਾਲਿਸਿਟਰ ਨੂੰ ਕਿਹਾ ਕਿ ਸਾਰਾ ਮਾਮਲਾ ਪਹਿਲਾਂ ਹੀ ਲਿਖਵਾਇਆ ਹੋਇਆ ਸੀ, ਦੇਖੋ ਮੇਰਾ ਅੰਦਾਜ਼ਾ ਕਿੰਨਾ ਠੀਕ ਨਿਕਲਿਆ। ਪਰ ਸਾਹਿਬ, ਤੁਹਾਨੂੰ ਵੱਡੀ ਗਲਤਫਹਿਮੀ ਹੋਈ ਹੈ, ਮੈਂ ਇਸ ਕਾਗਜ਼ ਦੇ ਦਸਤਖਤ ਨਹੀਂ ਕਰਾਂਗਾ। ਬਰਜੂਟੀਆ ਨੇ ਮੇਰੇ ਵੱਲ ਘੂਰ ਕੇ ਦੇਖਿਆ, ਬੋਲੇ, ਮੈਂ ਤੁਹਾਨੂੰ ਗਧਾ ਸਮਝਦਾ, ਪਰ ਤੁਸੀਂ ਤਾਂ ਬੜੇ ਘੈਂਟ ਨਿਕਲੇ। ਅੱਛਾ, ਚਲੋ ਸਾਹਿਬ, ਮੈਂ ਤੁਹਾਨੂੰ ਆਪਣੀ ਫਰਮ ਦਾ ਅੱਧ ਦਾ ਹਿੱਸੇਦਾਰ ਬਣਾ ਲੈਣਾ। ਇਸ ਠੇਕੇ ਤੋਂ ਇਲਾਵਾ ਮੇਰੀ ਫਰਮ ਦੇ ਦੂਜੇ ਠੇਕਿਆਂ 'ਚ ਵੀ ਹਿੱਸਾ ਰਹੇਗਾ। ਦੇਖੋ, ਹੁਣ ਇਨਕਾਰ ਨਾ ਕਰਿਓ, ਇਸ ਕਾਗਜ਼ 'ਤੇ ਦਸਤਖਤ ਕਰ ਦਿਓ। ਮੈਂ ਤੁਹਾਨੂੰ ਸੱਚ ਕਹਿਣਾ ਹੈ, ਇਸ ਨਾਲੋਂ ਚੰਗਾ ਮੌਕਾ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ। ਬਰਜੂਟੀਆ ਐਂਡ ਬਰਜੂਟੀਆ ਕੰਸਟਰਕਸ਼ਨ ਕੰਪਨੀ ਦਾ ਹਿੱਸੇਦਾਰ ਬਣਨਾ ਭਾਰਤ ਦੇ ਕਿਸੇ ਵੱਡੇ ਪੂੰਜੀਪਤੀ ਲਈ ਵੀ ਮਾਣ ਵਾਲੀ ਗੱਲ ਹੋ ਸਕਦੀ ਹੈ। ਦੇਖੋ ਨਾ, ਮੈਂ ਕਿਹਾ, ਤੇ ਮੈਂ ਇੱਕ ਮਾਮੂਲੀ ਗਧਾ ਹਾਂ। ਧੰਨਵਾਦ। ਬਾਕੀ ਕਰਾਂਗੇ ਅਗਲੇ ਭਾਗ ਦੇ ਵਿੱਚ।